ਸਵਾਗਤ ਹੈ ਤੁਹਾਡਾ ਸਭ ਦਾ ਮੇਰੇ YouTube ਚੈਨਲ ਰਾਵੀ ਐਜੂਕੇਸ਼ਨ ਦੇ ਉੱਪਰ। ਤੇ ਅੱਜ ਅਸੀਂ ਕਰ ਰਹੇ ਹਾਂ ਸਾਡੀ ਚੱਲ ਰਹੀ ਸੀਰੀਜ਼ ਦੇ ਵਿੱਚੋਂ ਜਿਹਦੇ ਵਿੱਚ ਦਾਸ ਵੰਸ਼ ਕੰਪਲੀਟ ਹੋ ਗਿਆ। ਤੇ ਅੱਜ ਦੀ ਜੋ ਵੀਡੀਓ ਹੈ ਇਹਦੇ ਵਿੱਚ ਅਸੀਂ ਕਵਰ ਕਰਾਂਗੇ ਖਲਜੀ ਵੰਸ਼। 1286 ਈਸਵੀ ਦੇ ਵਿੱਚ ਜਦੋਂ ਬਲਬਨ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਉਹਦਾ ਪੋਤਾ ਸੀ ਜਿਹੜਾ ਕੈਕੂਬਾਦ, ਉਹ ਰਾਜਗੱਦੀ ਦੇ ਉੱਪਰ ਬੈਠਾ ਸੀ। ਉਹ ਕੀ ਸੀਗਾ, ਕਮਜ਼ੋਰ ਸ਼ਾਸਕ ਸੀ ਜਿਹਦੇ ਦਰਬਾਰ ਦੇ ਵਿੱਚ ਤੁਰਕਾਂ ਅਤੇ ਖਲਜੀਆਂ ਨੇ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਅਤੇ 1290 ਦੇ ਵਿੱਚ ਜਿਹੜਾ ਦਾਸ ਵੰਸ਼ ਦਾ ਆਖਰੀ ਸ਼ਾਸਕ ਸੀਗਾ ਉਹ ਕੈਕੂਬਾਦ ਬਣਿਆ ਸੀ ਅਤੇ ਖਲਜੀ ਵੰਸ਼ ਦੀ ਉਦੋਂ ਹੀ ਨੀਂਹ ਰੱਖੀ ਗਈ ਸੀ। 1290 ਦੇ ਵਿੱਚ ਦਾਸ ਵੰਸ਼ ਦਾ ਜਿਹੜਾ ਆਖਰੀ ਸ਼ਾਸਕ ਸੀ ਉਹਦਾ ਅੰਤ ਕਰ ਦਿੱਤਾ ਗਿਆ ਸੀ, ਖਲਜੀ ਵੰਸ਼ ਦੀ ਸ਼ੁਰੂਆਤ ਹੋ ਗਈ ਸੀ। ਇਸ ਵੰਸ਼ ਦਾ ਜਿਹੜਾ ਮੋਢੀ ਸੀ ਉਹ ਸੀ ਜਲਾਲੂਦੀਨ ਫਿਰੋਜ਼ ਖਲਜੀ। ਉਹਨੇ 1290 ਈਸਵੀ ਤੋਂ ਲੈ ਕੇ 1296 ਈਸਵੀ ਤੱਕ ਰਾਜ ਕੀਤਾ ਸੀ। ਉਹ ਦਿਆਲੂ ਵੀ ਸੀ ਅਤੇ ਕਮਜ਼ੋਰ ਸੁਲਤਾਨ ਵੀ ਸੀ। ਉਹਨੇ ਕੀ ਕੀਤਾ ਸੀ, ਜਿਹੜੇ ਉਹਦੇ ਵਿਦਰੋਹੀ ਸੀ ਬਲਬਨ ਦੀ ਤਰ੍ਹਾਂ ਉਹਨਾਂ ਦੇ ਵਿਰੁੱਧ ਕਠੋਰ ਨੀਤੀ ਨਹੀਂ ਅਪਣਾਈ ਸੀ। ਉਸ ਤੋਂ ਪਿੱਛੋਂ ਉਹਦਾ ਜਿਹੜਾ ਭਤੀਜਾ ਸੀ, ਉਹਦਾ ਭਤੀਜਾ ਵੀ ਸੀ ਅਤੇ ਜਵਾਈ ਵੀ ਸੀ ਅਲਾਊਦੀਨ, ਉਹ ਰਾਜਾ ਬਣਿਆ ਸੀ। ਉਹ ਸੀ ਜਿਹੜਾ ਅਲਾਊਦੀਨ, ਉਹ ਇਕੱਲਾ ਖਲਜੀ ਵੰਸ਼ ਦਾ ਨਹੀਂ ਸਗੋਂ ਦਿੱਲੀ ਸਲਤਨਤ ਦਾ ਵੀ ਸਭ ਤੋਂ ਮਹਾਨ ਜਿਹੜਾ ਸ਼ਾਸਕ ਸੀ ਉਹਨੂੰ ਮੰਨਿਆ ਜਾਂਦਾ ਸੀ। ਜਲਾਲੂਦੀਨ ਫਿਰੋਜ਼ ਖਲਜੀ ਸੀ ਜਿਹੜਾ, ਉਹ ਮਲਿਕ ਫਿਰੋਜ਼ ਖਲਜੀ ਪਹਿਲਾਂ ਕਿਹਾ ਜਾਂਦਾ ਸੀ ਉਹਨੂੰ। ਉਹ ਖਲਜੀ ਕਬੀਲੇ ਦਾ ਤੁਰਕ ਸੀ ਅਤੇ ਉਹਦੇ ਜਿਹੜੇ ਵੱਡੇ ਵਡੇਰੇ ਸੀਗੇ ਉਹ ਤੁਰਕਿਸਤਾਨ ਦੇ ਵਿੱਚ ਰਹਿੰਦੇ ਸੀ। ਪਰ ਸਮਾਂ ਬੀਤਣ ਦੇ ਨਾਲ ਨਾਲ ਉਹ ਤੁਰਕਿਸਤਾਨ ਛੱਡ ਕੇ ਅਫਗਾਨਿਸਤਾਨ ਦੇ ਪ੍ਰਦੇਸ਼ਾਂ ਦੇ ਵਿੱਚ ਆ ਗਏ ਸੀ। ਉਹਨਾਂ ਨੇ ਅਫਗਾਨਾਂ ਦੇ ਕਈ ਜਿਹੜੇ ਰੀਤੀ ਰਿਵਾਜ ਸੀਗੇ ਉਹ ਵੀ ਅਪਣਾ ਲਏ ਸੀ ਅਤੇ ਇਸ ਕਰਕੇ ਭਾਰਤ ਦੇ ਤੁਰਕੀ ਸਰਦਾਰ ਸੀ ਜਿਹੜੇ ਉਹਨਾਂ ਨੂੰ ਅਫਗਾਨ ਸਮਝਦੇ ਸੀ। ਅਫਗਾਨਿਸਤਾਨ ਦੇ ਵਿੱਚ ਲਗਭਗ 200 ਸਾਲ ਤੱਕ ਰਹਿਣ ਪਿੱਛੋਂ ਮਲਿਕ ਫਿਰੋਜ਼ ਦੇ ਵਡੇਰੇ ਸੀ ਜਿਹੜੇ ਉਹ ਭਾਰਤ ਵੱਲ ਆ ਗਏ ਸੀ ਅਤੇ ਉਹਨਾਂ ਨੇ ਦਿੱਲੀ ਸੁਲਤਾਨ ਦੇ ਅਧੀਨ ਨੌਕਰੀ ਕਰ ਲਈ ਸੀ। ਮਲਿਕ ਫਿਰੋਜ਼ ਸੀ ਜਿਹੜਾ, ਉਹਨੇ ਵੀ ਸੈਨਿਕ ਦੇ ਰੂਪ ਦੇ ਵਿੱਚ ਸਲਤਨਤ ਦੀ ਸੇਵਾ ਕੀਤੀ ਸੀ ਅਤੇ ਆਪਣਾ ਜਿਹੜਾ ਰਾਜਨੀਤਿਕ ਜੀਵਨ ਸੀ ਉਹ ਸ਼ੁਰੂ ਕੀਤਾ ਸੀ। ਉਹਨੇ ਆਪਣੀ ਵੀਰਤਾ, ਯੋਗਤਾ ਅਤੇ ਇਮਾਨਦਾਰੀ ਦੇ ਨਾਲ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਬਲਬਨ ਦੇ ਸਮੇਂ ਦੇ ਵਿੱਚ ਸਮਾਣਾ ਦਾ ਉਹ ਸੂਬੇਦਾਰ ਬਣ ਗਿਆ ਸੀ। ਉਹਨੇ ਮੰਗੋਲਾਂ ਦੀ ਸਫਲਤਾਪੂਰਵਕ ਮੰਗੋਲਾਂ ਦਾ ਟਾਕਰਾ ਕੀਤਾ ਸੀ, ਜਿਹਦੇ ਕਾਰਨ ਉਹਨੂੰ ਸ਼ਾਇਸਤਾ ਖਾਨ ਦੀ ਉਪਾਧੀ ਪ੍ਰਾਪਤ ਹੋਈ ਸੀ। ਜਦੋਂ ਕੈਕੂਬਾਦ ਦਾ ਰਾਜਕਾਲ ਸੀ ਤਾਂ ਉਹਨੂੰ ਬਰਨ ਦਾ ਸੂਬੇਦਾਰ ਬਣਾਇਆ ਗਿਆ ਸੀ ਅਤੇ ਉਹਨੂੰ ਯੁੱਧ ਮੰਤਰੀ ਨਿਯੁਕਤ ਕੀਤਾ ਗਿਆ ਸੀ। ਤੁਰਕੀ ਸਰਦਾਰ ਸੀ ਮਲਕ ਫਿਰੋਜ਼, ਉਹ ਉਹਦੇ ਨਾਲ ਈਰਖਾ ਕਰਨ ਲੱਗ ਪਏ ਸੀ ਅਤੇ ਉਹਨਾਂ ਨੇ ਮਲਕ ਐਤਮਾਰ ਦੀ ਅਗਵਾਈ ਦੇ ਵਿੱਚ ਇੱਕ ਗੁੱਟ ਬਣਾ ਲਿਆ ਸੀ ਮਲਿਕ ਫਿਰੋਜ਼ ਦੇ ਵਿਰੁੱਧ, ਫਿਰੋਜ਼ ਖਲਜੀ ਦੇ ਵਿਰੁੱਧ। ਅਤੇ ਉਹਨਾਂ ਦੀ ਕਾਮਯਾਬੀ ਦੇ ਵਿਰੋਧ ਕਰਨ ਲਈ ਮਲਿਕ ਫਿਰੋਜ਼ ਨੇ ਕੀ ਕੀਤਾ ਸੀ, ਇੱਕ ਖਲਜੀ ਸਰਦਾਰਾਂ ਦਾ ਗੁੱਟ ਬਣਾ ਲਿਆ ਸੀ। ਦੋਵੇਂ ਇੱਕ ਦੂਜੇ ਦੇ ਵਿਰੁੱਧ ਸਾਜ਼ਿਸ਼ਾਂ ਕਰਨ ਲੱਗ ਪਏ ਸੀ ਅਤੇ ਅੰਤ ਦੇ ਵਿੱਚ ਜਿਹੜਾ ਮਲਿਕ ਫਿਰੋਜ਼ ਸੀ ਉਹ ਜੇਤੂ ਹੋਇਆ ਸੀ ਅਤੇ ਉਹਨੇ ਰਾਜ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਹੱਥਾਂ ਦੇ ਵਿੱਚ ਲੈ ਲਈਆਂ ਸੀ। ਅਤੇ ਕੈਕੂਬਾਦ ਦੇ ਕਤਲ ਤੋਂ ਪਿੱਛੋਂ ਜਿਹੜਾ ਉਹਦਾ ਪੁੱਤਰ ਸੀਗਾ ਉਹ ਸੁਲਤਾਨ ਬਣ ਗਿਆ ਸੀ, ਕੈਕੂਬਾਦ ਦਾ ਪੁੱਤਰ ਗੱਦੀ ਦਾ। ਉਸ ਤੋਂ ਬਾਅਦ ਆਈ ਸੀ ਗੱਦੀ ਨਸ਼ੀਨੀ ਕਹਿੰਦੇ ਹਾਂ, ਜਾਂ ਜਿਹਨੂੰ ਆਪਾਂ ਖਲਜੀ ਕ੍ਰਾਂਤੀ ਕਹਿੰਦੇ ਹਾਂ। ਜਦੋਂ ਉਹ ਸਰਪ੍ਰਸਤ ਬਣ ਗਿਆ ਸੀਗਾ ਕੈਕੂਬਾਦ ਦੇ ਪੁੱਤਰ ਦਾ, ਤਾਂ ਕੁਝ ਸਮੇਂ ਪਿੱਛੋਂ ਹੀ ਮਲਿਕ ਫਿਰੋਜ਼ ਨੇ ਆਪ ਸੁਲਤਾਨ ਬਣਨ ਦਾ ਫੈਸਲਾ ਕਰ ਲਿਆ ਸੀ। ਇਸ ਕਰਕੇ ਉਹਨੇ ਕੀ ਕੀਤਾ, ਜਿਹੜਾ ਬਾਲਕ ਸੁਲਤਾਨ ਸੀ ਉਹਨੂੰ ਮੌਤ ਦੇ ਘਾਟ ਉਤਾਰਤਾ ਸੀ ਅਤੇ ਜੂਨ 1290 ਦੇ ਵਿੱਚ ਉਹ ਦਿੱਲੀ ਦੇ ਨੇੜੇ ਕਿਲੋਗੜ੍ਹੀ ਦੇ ਵਿੱਚ ਰਾਜਗੱਦੀ ਦੇ ਉੱਪਰ ਬੈਠ ਗਿਆ ਸੀ। ਉਹਨੇ ਜਲਾਲੂਦੀਨ ਫਿਰੋਜ਼ ਸ਼ਾਹ ਦੀ ਉਪਾਧੀ ਧਾਰਨ ਕਰ ਲਈ ਸੀ। ਜਲਾਲੂਦੀਨ ਫਿਰੋਜ਼ ਖਲਜੀ ਦੀ ਤਖਤ ਨਸ਼ੀਨੀ ਸੀ ਜਿਹੜੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਸੀ। ਇਸ ਤੋਂ ਪਹਿਲਾਂ ਕੀ ਸੀ, ਇਹਨੂੰ ਖਲਜੀ ਕ੍ਰਾਂਤੀ ਕਿਉਂ ਕਿਹਾ ਜਾਂਦਾ, ਕਿਉਂਕਿ ਇਸ ਤੋਂ ਪਹਿਲਾਂ ਇੱਕੋ ਹੀ ਰਾਜਵੰਸ਼ ਚੱਲਦਾ ਆ ਰਿਹਾ ਸੀ ਅਤੇ ਉਹਦਾ ਅੰਤ ਹੋ ਗਿਆ ਸੀ। ਲਗਭਗ 80 ਸਾਲਾਂ ਤੋਂ ਤੁਰਕਾਂ ਦਾ ਸ਼ਾਸਨ ਚੱਲਿਆ ਆ ਰਿਹਾ ਸੀ। ਕੁਤਬਦੀਨ, ਇਲਤੁਤਮਿਸ਼, ਬਲਬਨ ਜਿਹੜੇ ਤੁਰਕ ਸੁਲਤਾਨ ਸੀਗੇ ਉਹਨਾਂ ਨੂੰ ਐਵੇਂ ਲੱਗਦਾ ਸੀ ਕਿ ਸਿਰਫ ਤੁਰਕ ਨੇ ਜਿਹੜੇ ਉਹੀ ਸ਼ਾਸਨ ਕਰਨ ਦੇ ਯੋਗ ਨੇ। ਜਲਾਲੂਦੀਨ ਖਲਜੀ ਦੇ ਸੁਲਤਾਨ ਬਣ ਜਾਣ ਨਾਲ ਜਿਹੜੇ ਤੁਰਕਾਂ ਦਾ ਸ਼ਾਸਨ ਸੀ ਉਹਦਾ ਖਾਤਮਾ ਹੋ ਗਿਆ ਸੀ ਅਤੇ ਖਲਜੀ ਸੀ ਜਿਹੜੇ ਭਾਰਤੀ ਮੁਸਲਮਾਨ ਮੰਨੇ ਜਾਂਦੇ ਸੀ ਉਹਨਾਂ ਦੇ ਸ਼ਾਸਨ ਦਾ ਆਰੰਭ ਹੋ ਗਿਆ ਸੀ। ਖਲਜੀ ਰਾਜਵੰਸ਼ ਦੀ ਸਥਾਪਨਾ ਦੇ ਨਾਲ ਭਾਰਤ ਦੇ ਵਿੱਚ ਫਿਰ ਉਹੀ ਜਿੱਤਾਂ, ਰਾਜਨੀਤੀਵਾਨਾਂ ਅਤੇ ਵੱਖ-ਵੱਖ ਤਜਰਬਿਆਂ ਅਤੇ ਸਾਹਿਤਕ ਸਰਗਰਮੀਆਂ ਦਾ ਯੁੱਗ ਸ਼ੁਰੂ ਹੋ ਗਿਆ ਸੀ। ਜਿਹੜੇ ਖਲਜੀ ਸੁਲਤਾਨ ਸੀ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਅਲਾਊਦੀਨ ਸੀ ਉਹਦੇ ਅਧੀਨ ਸਲਤਨਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੀ ਹੋਇਆ ਸੀਗਾ, ਦੱਖਣੀ ਭਾਰਤ ਦੇ ਕਈ ਇਲਾਕਿਆਂ ਨੂੰ ਜਿੱਤਿਆ ਗਿਆ ਸੀ।
ਉਸ ਤੋਂ ਨੈਕਸਟ ਪੁਆਇੰਟ ਹੈ ਘਰੇਲੂ ਨੀਤੀ ਕੀ ਸੀਗੀ ਜਲਾਲੂਦੀਨ ਫਿਰੋਜ਼ ਖਲਜੀ ਦੀ। ਜਦੋਂ ਉਹ ਰਾਜਗੱਦੀ 'ਤੇ ਬੈਠਾ ਸੀ ਤਾਂ ਉਹਦੀ ਉਮਰ ਸੀਗੀ 70 ਸਾਲ ਦੀ। ਸ਼ੁਰੂ ਦੇ ਵਿੱਚ ਉਹ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਹਰਮਨ ਪਿਆਰਾ ਨਹੀਂ ਸੀ। ਇਹਦਾ ਇੱਕ ਕਾਰਨ ਇਹ ਸੀ ਕਿ ਜਿਹੜੇ ਹੰਕਾਰੀ ਤੁਰਕੀ ਸਰਦਾਰ ਸੀ ਉਹਨਾਂ ਦਾ ਵਿਚਾਰ ਸੀ ਕਿ ਖਲਜੀ ਸਰਦਾਰ ਆ ਜਿਹੜੇ ਇਹ ਤੁਰਕ ਨਹੀਂ ਹੈਗੇ, ਅਤੇ ਇਹ ਵੀ ਸਮਝਿਆ ਜਾਂਦਾ ਸੀ ਕਿ ਕੇਵਲ ਤੁਰਕ ਨੇ ਜਿਹੜੇ ਉਹ ਹੀ ਰਾਜਗੱਦੀ 'ਤੇ ਬੈਠਣ ਦੇ ਅਧਿਕਾਰੀ ਨੇ। ਉਹਦੇ ਬੁਢਾਪੇ ਅਤੇ ਨਰਮਦਿਲੀ ਦੇ ਕਾਰਨ ਲੋਕਾਂ ਨੂੰ ਇਹ ਵੀ ਵਿਸ਼ਵਾਸ ਹੋ ਗਿਆ ਸੀ ਕਿ ਉਹ ਕਾਮਯਾਬੀ ਨਾਲ ਰਾਜ ਦਾ ਕੰਮਕਾਜ ਚਲਾਉਣ ਦੇ ਯੋਗ ਨਹੀਂ ਆ। ਤੁਰਕੀ ਸਰਦਾਰਾਂ ਅਤੇ ਲੋਕਾਂ ਦੇ ਵਿੱਚ ਹਰਮਨ ਪਿਆਰਾ ਨਹੀਂ ਸੀ ਹੈਗਾ। ਉਹ ਇਸ ਕਰਕੇ ਉਹਨੇ ਕੀ ਕੀਤਾ, ਆਪਣੀ ਤਾਜਪੋਸ਼ੀ ਦੀ ਰਸਮ ਹੈ ਜਿਹੜੀ ਉਹ ਵੀ ਕਿਲੋਗੜੀ ਦੇ ਵਿੱਚ ਕੀਤੀ ਸੀ ਅਤੇ ਲਗਭਗ 1 ਸਾਲ ਤੱਕ ਉਹ ਉੱਥੇ ਹੀ ਰਿਹਾ ਸੀ। ਪਰ ਕੁਝ ਮਹੀਨਿਆਂ ਦੇ ਪਿੱਛੋਂ ਲੋਕਾਂ ਨੇ ਕੀ ਕੀਤਾ ਸੀ, ਉਹਦੇ ਪ੍ਰਤੀ ਵਿਰੋਧੀ ਭਾਵਨਾਵਾਂ ਛੱਡ ਦਿੱਤੀਆਂ ਸੀ ਅਤੇ ਉਹਦੀ ਪ੍ਰਸ਼ੰਸਾ ਕਰਨ ਲੱਗ ਗਏ ਸੀ, ਕਿਉਂਕਿ ਉਹਨਾਂ ਨੂੰ ਜਿਹੜਾ ਜਲਾਲੂਦੀਨ ਫਿਰੋਜ਼ ਖਲਜੀ ਸੀ ਉਹਦੀ ਦਿਆਲਤਾ ਅਤੇ ਵਿਰੋਧੀਆਂ ਦੇ ਪ੍ਰਤੀ ਚੰਗੀਆਂ ਭਾਵਨਾਵਾਂ ਬਾਰੇ ਪਤਾ ਲੱਗ ਗਿਆ ਸੀ। ਉਸ ਤੋਂ ਬਾਅਦ ਉਹਨੇ ਸ਼ੁਰੂ ਕੀਤੀ ਸੀ ਸ਼ਾਂਤੀ ਅਤੇ ਸਮਝੌਤੇ ਦੀ ਨੀਤੀ। ਉਹਨੇ ਘਰੇਲੂ ਨੀਤੀ, ਸ਼ਾਂਤੀ ਅਤੇ ਸਮਝੌਤੇ ਦੀ ਨੀਤੀ ਸ਼ੁਰੂ ਕੀਤੀ ਸੀ ਅਤੇ ਉਹ ਰਾਜ ਪ੍ਰਬੰਧ ਦੇ ਵਿੱਚ ਕੋਈ ਵਿਸ਼ੇਸ਼ ਤਬਦੀਲੀ ਲਿਆਉਣ ਦੇ ਹੱਕ ਵਿੱਚ ਨਹੀਂ ਸੀ। ਉਹਨੇ ਕੀ ਕੀਤਾ ਸੀ, ਜਿੰਨੀਆਂ ਵੀ ਮਹੱਤਵਪੂਰਨ ਪਦਵੀਆਂ ਸੀ ਉਹਨਾਂ ਦੇ ਉੱਤੇ ਤੁਰਕੀ ਸਰਦਾਰਾਂ ਅਤੇ ਅਧਿਕਾਰੀਆਂ ਨੂੰ ਹੀ ਲਾਈ ਰੱਖਿਆ ਸੀ। ਖਵਾਜਾ ਖਾਤਿਰ ਸੀ, ਉਹਨੂੰ ਵਜ਼ੀਰ ਬਣਾਇਆ ਸੀ। ਫਖਰੂਦੀਨ ਨੂੰ ਉਹਨੇ ਦਿੱਲੀ ਦਾ ਕੋਤਵਾਲ, ਮਲਿਕ ਛੱਜੂ ਨੂੰ ਉਹਨੇ ਕੜਾ ਦਾ ਸੂਬੇਦਾਰ ਨਿਯੁਕਤ ਕੀਤਾ ਸੀ। ਪਹਿਲਾਂ ਵਾਲਾ ਹੀ ਸੀ, ਉਸੇ ਨੂੰ ਹੀ ਰਹਿਣ ਦਿੱਤਾ ਸੀ। ਅਤੇ ਪਰ ਨਾਲ ਹੀ ਨਾਲ ਉਹਨੇ ਕੀ ਕੀਤਾ ਸੀ, ਆਪਣੇ ਪੁੱਤਰ ਸੀ ਜਿਹੜੇ ਅਤੇ ਭਰਾ ਸੀ ਉਹਨਾਂ ਨੂੰ ਵੀ, ਭਰਾ ਭਤੀਜਿਆਂ ਨੂੰ ਵੀ ਉੱਚੀਆਂ ਪਦਵੀਆਂ ਦੇ ਉੱਪਰ ਨਿਯੁਕਤ ਕਰ ਲਿਆ ਸੀ। ਜਲਾਲੂਦੀਨ ਸੀ ਜਿਹੜਾ ਉਹ ਬੜਾ ਹੀ ਦਿਆਲੂ ਸੀ ਅਤੇ ਕੋਮਲ ਦਿਲ ਵਾਲਾ ਸੀ ਅਤੇ ਬਿਨਾਂ ਕਿਸੇ ਖੂਨ ਖਰਾਬੇ ਦੇ ਉਹ ਸ਼ਾਸਨ ਚਲਾਉਣਾ ਚਾਹੁੰਦਾ ਸੀ। ਉਹਨੇ ਜਿਹੜੀ ਬਲਬਨ ਨੇ ਲਹੂ ਅਤੇ ਲੋਹੇ ਦੀ ਨੀਤੀ ਚਲਾਈ ਹੋਈ ਸੀ ਉਹਦਾ ਵੀ ਤਿਆਗ ਕਰ ਦਿੱਤਾ ਸੀ ਅਤੇ ਉਹ ਤੁਰਕੀ ਸਰਦਾਰਾਂ ਦੇ ਨਾਲ ਕੋਈ ਵੀ ਝਗੜਾ ਮੁੱਲ ਨਹੀਂ ਲੈਣਾ ਚਾਹੁੰਦਾ ਸੀ। ਇਸ ਕਰਕੇ ਉਹ ਲਗਭਗ 1 ਸਾਲ ਤੱਕ ਕਿਲੋਗੜੀ ਦੇ ਵਿੱਚ ਹੀ ਰਿਹਾ ਸੀ ਅਤੇ ਜਦੋਂ ਲੋਕਾਂ ਦੇ ਸੱਦੇ 'ਤੇ ਉਹਨੇ ਰਾਜਧਾਨੀ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਉਹ ਬਲਬਨ ਦੇ ਲਾਲ ਮਹਿਲ ਦੇ ਦਰਵਾਜ਼ੇ ਦੇ ਅੱਗੇ ਘੋੜੇ ਤੋਂ ਥੱਲੇ ਉਤਰ ਗਿਆ ਸੀ ਅਤੇ ਬਲਬਨ ਦੀ ਯਾਦ ਦੇ ਵਿੱਚ ਅੱਥਰੂ ਵਹਾਉਣ ਲੱਗ ਗਿਆ ਸੀ। ਅਤੇ ਉਹਨੇ ਕੀ ਕੀਤਾ ਸੀ, ਬਲਬਨ ਦੇ ਤਖ਼ਤ ਦੇ ਉੱਤੇ ਬੈਠਣ ਤੋਂ ਵੀ ਨਾਂਹ ਕਰ ਦਿੱਤੀ ਸੀ ਅਤੇ ਕਹਿਣ ਲੱਗ ਪਿਆ ਸੀ ਕਿ ਉਹ ਬਲਬਨ ਦੇ ਦਰਬਾਰੀ ਦੇ ਰੂਪ ਵਿੱਚ ਪਹਿਲਾਂ ਘੰਟਿਆਂ ਤੱਕ ਇਹਦੇ ਅੱਗੇ ਖੜ੍ਹਾ ਰਹਿੰਦਾ ਹੁੰਦਾ ਸੀ। ਉਸ ਤੋਂ ਬਾਅਦ ਕੀ ਹੋਇਆ ਸੀ, ਮਲਿਕ ਛੱਜੂ ਦਾ ਵਿਦਰੋਹ। ਜਲਾਲੂਦੀਨ ਦੇ ਰਾਜਕਾਲ ਦੇ ਵਿੱਚ ਕੜਾ ਦਾ ਸੂਬੇਦਾਰ ਸੀ ਜਿਹੜਾ ਮਲਿਕ ਛੱਜੂ, ਉਹਨੇ ਬਗਾਵਤ ਕਰਤੀ ਸੀ ਅਤੇ ਉਹਨੇ ਕੀ ਕੀਤਾ ਸੀ, ਸੁਲਤਾਨ ਦੀ ਉਪਾਧੀ ਧਾਰਨ ਕਰ ਲਈ ਸੀ। ਇੱਕ ਅਵਧ ਦਾ ਸੂਬੇਦਾਰ ਸੀ ਹਾਤਿਮ ਖਾਂ, ਉਹ ਵੀ ਮਲਿਕ ਛੱਜੂ ਦੇ ਨਾਲ ਰਲ ਗਿਆ ਸੀ ਅਤੇ ਦੋਵਾਂ ਦੀਆਂ ਸੈਨਾਵਾਂ ਨੇ ਕੀ ਕੀਤਾ ਸੀ, ਦਿੱਲੀ ਵੱਲ ਨੂੰ ਚੱਲ ਪਈਆਂ ਸੀ ਉਹ, ਅਤੇ ਜਲਾਲੂਦੀਨ ਨੇ ਵੀ ਵਿਦਰੋਹੀਆਂ ਦਾ ਮੁਕਾਬਲਾ ਕਰਨ ਵਾਸਤੇ ਆਪਣੀ ਸੈਨਾ ਤਿਆਰ ਕਰ ਲਈ ਸੀ। ਅਤੇ ਅਰਕਲੀ ਖਾਂ ਸੀ ਜਿਹੜਾ ਉਹਦਾ ਵਜ਼ੀਰ, ਉਹਦੀ ਅਗਵਾਈ ਦੇ ਵਿੱਚ ਸੈਨਿਕ ਟੁਕੜੀ ਭੇਜਤੀ ਸੀ ਉਹਨਾਂ ਵੱਲ। ਅਰਕਲੀ ਖਾਂ ਨੇ ਫਿਰ ਬਦੌਨ ਦੇ ਨੇੜੇ ਜਾ ਕੇ ਉਹਨਾਂ ਨੂੰ ਹਰਾਤਾ ਸੀ। ਮਲਿਕ ਛੱਜੂ ਨੂੰ ਕੈਦੀ ਬਣਾ ਲਿਆ ਗਿਆ ਸੀ ਅਤੇ ਮਲਿਕ ਛੱਜੂ ਦੀ ਹਾਲਤ ਵੇਖ ਕੇ ਜਲਾਲੂਦੀਨ ਦੇ ਦਿਲ ਦੇ ਵਿੱਚ ਰਹਿਮ ਆ ਗਿਆ ਸੀ ਜਦੋਂ ਉਹਦੇ ਸਾਹਮਣੇ ਲਿਆਂਦਾ ਗਿਆ ਉਹਨੂੰ, ਅਤੇ ਉਹਨੇ ਕੀ ਕੀਤਾ, ਮਲਿਕ ਛੱਜੂ ਅਤੇ ਉਹਦੇ ਸਾਥੀਆਂ ਨੂੰ ਰਿਹਾਅ ਵੀ ਕਰਤਾ ਸੀ ਅਤੇ ਉਹਨਾਂ ਨੂੰ ਦਾਵਤ 'ਤੇ ਬੁਲਾਇਆ ਅਤੇ ਉਹਨਾਂ ਦੀ ਬਲਬਨ ਦੇ ਖਾਨਦਾਨ ਦੇ ਪ੍ਰਤੀ ਵਫਾਦਾਰੀ ਦੀ ਵੀ ਸ਼ਲਾਘਾ ਕੀਤੀ ਸੀ। ਮਲਿਕ ਛੱਜੂ ਨੂੰ ਅਰਕਲੀ ਖਾਂ ਦੀ ਦੇਖਭਾਲ ਦੇ ਵਿੱਚ ਮੁਲਤਾਨ ਭੇਜ ਦਿੱਤਾ ਗਿਆ ਸੀ ਅਤੇ ਜਿਹੜਾ ਉਹਦਾ ਭਤੀਜਾ ਸੀ ਅਲਾਊਦੀਨ, ਉਹਨੂੰ ਕੜਾ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ। ਡਾਕੂਆਂ ਦੇ ਪ੍ਰਤੀ ਵੀ ਜਿਹੜਾ ਜਲਾਲੂਦੀਨ ਸੀ ਉਹ ਕਾਫੀ ਜ਼ਿਆਦਾ ਨਰਮ ਵਿਵਹਾਰ ਰੱਖਦਾ ਸੀ। ਜਦੋਂ ਉਹਦੇ ਰਾਜ ਦੇ ਵਿੱਚ ਰਾਜ ਦੇ ਅਧਿਕਾਰੀਆਂ ਨੇ ਲਗਭਗ 1000 ਡਾਕੂਆਂ ਨੂੰ ਕੈਦ ਕਰ ਲਿਆ ਸੀ ਤਾਂ ਲਿਆ ਕੇ ਜਲਾਲੂਦੀਨ ਦੇ ਸਾਹਮਣੇ ਪੇਸ਼ ਕੀਤਾ ਤਾਂ ਉਹਨੇ ਕੀ ਕੀਤਾ ਸੀ, ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਬੇੜੀਆਂ ਦੇ ਰਾਹੀਂ ਬੰਗਾਲ ਭੇਜਤਾ ਸੀ ਅਤੇ ਉੱਥੇ ਜਾ ਕੇ ਉਹਨਾਂ ਨੂੰ ਮੁਕਤ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹਦੇ ਰਾਜ ਦੇ ਵਿੱਚ ਇੱਕ ਸਿੱਧੀ ਮੌਲਾ ਨਾਮ ਦਾ ਮੁਸਲਮਾਨ ਫਕੀਰ ਸੀ, ਉਹਦੇ ਪ੍ਰਤੀ ਜਲਾਲੂਦੀਨ ਨੇ ਕਾਫੀ ਕਠੋਰ ਰਵੱਈਆ ਅਪਣਾਇਆ ਸੀ। ਸਿੱਧੀ ਮੌਲਾ ਸੀ ਜਿਹੜਾ ਉਹ ਧਾਰਮਿਕ ਆਗੂ ਸੀ ਅਤੇ ਪਾਕਪਟਨ ਦੇ ਸ਼ੇਖ ਫਰੀਦ ਦਾ ਚੇਲਾ ਸੀ। ਉਹਦੇ ਬਹੁਤ ਸਾਰੇ ਅੱਗੇ ਚੇਲੇ ਸੀਗੇ। ਉਹਨੂੰ ਦਿੱਲੀ ਦੀ ਰਾਜਗੱਦੀ ਦੇ ਉੱਤੇ ਬਿਠਾਉਣ ਦੀ ਸਾਜ਼ਿਸ਼ ਰਚੀ ਗਈ ਸੀ ਅਤੇ ਜਲਾਲੂਦੀਨ ਦੇ ਕੁਝ ਸਰਦਾਰ ਸੀ ਜਿਹੜੇ ਉਹ ਵੀ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ। ਜਦੋਂ ਜਲਾਲੂਦੀਨ ਨੇ ਹੁਕਮ ਕੀਤਾ ਕਿ ਸਿੱਧੀ ਮੌਲਾ ਨੂੰ ਕੈਦ ਕਰ ਲਿਆ ਜਾਵੇ, ਜਦੋਂ ਕੈਦ ਕਰਕੇ ਉਹਦੇ ਸਾਥੀਆਂ ਸਮੇਤ ਉਹਦੇ ਸਾਹਮਣੇ ਲਿਆਂਦਾ ਗਿਆ ਤਾਂ ਉਹਦੇ ਨਾਲ ਗੱਲਬਾਤ ਦੇ ਦੌਰਾਨ ਜਿਹੜਾ ਜਲਾਲੂਦੀਨ ਸੀ ਉਹ ਗੁੱਸੇ ਦੇ ਵਿੱਚ ਆ ਗਿਆ ਸੀ ਅਤੇ ਸਿੱਧੀ ਮੌਲਾ ਦਾ ਬੇਰਹਿਮੀ ਦੇ ਨਾਲ ਕਤਲ ਕਰਦਾ ਸੀ। ਵਿਦੇਸ਼ ਨੀਤੀ ਸੀ ਜਿਹੜੀ ਜਲਾਲੂਦੀਨ ਦੀ, ਉਹ ਕੀ ਸੀ, ਯੁੱਧ ਕਰਨ ਦੀ ਨਹੀਂ ਸੀ,
ਉਹਨੇ ਕੇਵਲ 2 ਮੁਹਿੰਮਾਂ ਦਾ ਹੀ ਸੰਚਾਲਨ ਕੀਤਾ ਸੀ ਅਤੇ ਦੋਵਾਂ ਦੇ ਵਿੱਚ ਵੀ ਉਹ ਪੂਰਨ ਤੌਰ 'ਤੇ ਸਫਲ ਨਹੀਂ ਸੀ ਹੋ ਸਕਿਆ। ਪਹਿਲੀ ਸੀ ਜਿਹੜੀ ਉਹ ਸੀਗੀ ਰਣਥੰਭੌਰ ਦੀ ਮੁਹਿੰਮ। ਉਹਨੇ ਕੀ ਕੀਤਾ ਸੀ, ਆਪ ਰਣਥੰਭੌਰ ਦਾ ਜਿਹੜਾ ਹਾਕਮ ਸੀ ਉਹਦੇ ਵਿਰੁੱਧ ਮੁਹਿੰਮ ਦੀ ਅਗਵਾਈ ਕੀਤੀ ਸੀ ਅਤੇ ਉੱਥੋਂ ਦੇ ਜਿਹੜੇ ਚੌਹਾਨ ਹਾਕਮ ਸੀਗੇ ਉਹਨਾਂ ਨੇ ਦੁਸ਼ਮਣਾਂ ਦਾ ਅੱਗੋਂ ਡਟ ਕੇ ਮੁਕਾਬਲਾ ਕੀਤਾ ਸੀ। ਜਦੋਂ ਜਲਾਲੂਦੀਨ ਨੇ ਇਹ ਮਹਿਸੂਸ ਕੀਤਾ ਕਿ ਇਸ ਕਿਲ੍ਹੇ ਦੇ ਉੱਤੇ ਜਿੱਤ ਪ੍ਰਾਪਤ ਕਰਨੀ ਬਹੁਤ ਔਖੀ ਹੈ ਤਾਂ ਉਹਨੇ ਕੀ ਕੀਤਾ ਸੀ, ਘੇਰਾ ਚੁੱਕ ਲਿਆ ਸੀ ਅਤੇ ਆਪਣੀ ਸੈਨਾ ਨੂੰ ਨਾਲ ਲੈ ਕੇ ਦਿੱਲੀ ਵਾਪਸ ਪਰਤ ਆਇਆ ਸੀ ਅਤੇ ਆ ਕੇ ਕਹਿਣ ਲੱਗਾ ਸੀ ਕਿ ਇੱਕ ਮੁਸਲਿਮ ਸੈਨਿਕ ਦੇ ਸਿਰ ਦਾ ਵਾਲ ਵੀ ਰਣਥੰਭੌਰ ਵਰਗੇ 100 ਕਿਲ੍ਹਿਆਂ ਤੋਂ ਵਧੇਰੇ ਕੀਮਤੀ ਹੈ। ਤਾਂ ਦੂਜੀ ਸੀ ਜਿਹੜੀ ਉਹਦੀ ਮੁਹਿੰਮ ਉਹ ਸੀ ਮੰਦਾਵਰ ਦੇ ਉੱਪਰ। ਉਹਨੇ ਕੀ ਕੀਤਾ ਸੀ, ਅਲਵਰ ਦੇ ਨੇੜੇ ਮੰਦਾਵਰ ਦੇ ਉੱਪਰ ਉਹਨੇ ਮੁਹਿੰਮ ਭੇਜੀ ਸੀਗੀ ਅਤੇ ਇਹ ਕਿਲ੍ਹਾ ਸੀ ਜਿਹੜਾ ਉਹ ਪਹਿਲਾਂ ਦਿੱਲੀ ਰਾਜ ਦਾ ਹਿੱਸਾ ਸੀ ਅਤੇ ਪਰ ਜਿਹੜੇ ਚੌਹਾਨ ਰਾਜਪੂਤ ਸੀ ਉਹਨਾਂ ਨੇ ਦੁਬਾਰਾ ਇਸ ਦੇ ਉੱਪਰ ਕਬਜ਼ਾ ਕਰ ਲਿਆ ਸੀ। ਇਹ ਜਿਹੜੀ ਮੁਹਿੰਮ ਸੀ ਇਹ ਸਫਲ ਰਹੀ ਸੀ ਅਤੇ 1292 ਈਸਵੀ ਦੇ ਵਿੱਚ ਮੰਦਾਵਰ ਦੇ ਕਿਲ੍ਹੇ ਨੂੰ ਦਿੱਲੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਜਲਾਲੂਦੀਨ ਦੇ ਸਮੇਂ ਜਿਹੜੇ ਮੰਗੋਲ ਸੀਗੇ ਮੰਗੋਲਾਂ ਨੇ ਅਬਦੁੱਲਾ ਦੀ ਅਗਵਾਈ ਦੇ ਵਿੱਚ ਭਾਰਤ ਦੇ ਉੱਪਰ ਹਮਲਾ ਕਰਤਾ ਸੀ ਅਤੇ ਉਹ ਸੁਨਾਮ ਤੱਕ ਆ ਪਹੁੰਚੇ ਸੀਗੇ ਅਤੇ ਉਹਨੇ ਕੀ ਕੀਤਾ ਸੀ, ਜਦੋਂ ਉਹਨੂੰ ਇਹ ਖਬਰ ਮਿਲੀ ਤਾਂ ਉਹਨੇ ਆਪਣੀ ਸਾਰੀ ਸੈਨਾ ਸਮੇਤ ਉਹਨਾਂ ਦੇ ਵਿਰੁੱਧ ਕੂਚ ਕੀਤਾ ਸੀ। ਮੰਗੋਲਾਂ ਨੂੰ ਹਰਾ ਦਿੱਤਾ ਸੀ ਅਤੇ ਉਹਨਾਂ ਦਾ ਆਗੂ ਸੀ ਜਿਹੜਾ ਅਬਦੁੱਲਾ, ਉਹ ਵੀ ਹਾਰ ਦੇ ਪਿੱਛੋਂ ਉਹਨੇ ਸਮਝੌਤਾ ਕਰ ਲਿਆ ਸੀ ਅਤੇ ਜਿਹੜਾ ਜਲਾਲੂਦੀਨ ਖਿਲਜੀ ਸੀ ਉਹਦੇ ਨਾਲ ਵੀ ਮਿੱਤਰਤਾਪੂਰਨ ਭਾਵ ਪ੍ਰਗਟ ਕਰ ਲਏ ਸੀ ਅਤੇ ਉਹਨੂੰ ਆਪਣਾ ਪੁੱਤਰ ਕਿਹਾ ਸੀ ਉਹਨੇ। ਉਸ ਤੋਂ ਬਾਅਦ ਭੀਲਸਾ ਦੀ ਜਿੱਤ ਪ੍ਰਾਪਤ ਕੀਤੀ ਸੀ ਜਲਾਲੂਦੀਨ ਨੇ। ਉਹਦੇ ਰਾਜਕਾਲ ਦੇ ਵਿੱਚ ਉਹਦਾ ਭਤੀਜਾ ਸੀ ਅਤੇ ਜਵਾਈ ਸੀ ਅਲਾਊਦੀਨ, ਉਹਨੇ ਵੀ 2 ਮੁਹਿੰਮਾਂ ਦੀ ਅਗਵਾਈ ਕੀਤੀ ਸੀ ਅਤੇ ਇਹਨਾਂ ਦੋਵਾਂ ਦੇ ਵਿੱਚ ਉਹਨੂੰ ਸ਼ਾਨਦਾਰ ਸਫਲਤਾ ਪ੍ਰਾਪਤ ਹੋਈ ਸੀ। 1293 ਈਸਵੀ ਦੇ ਵਿੱਚ ਉਹਨੇ ਮਾਲਵਾ ਦੇ ਉੱਤੇ ਹਮਲਾ ਕੀਤਾ ਸੀ ਅਤੇ ਭੀਲਸਾ ਦੇ ਕਿਲ੍ਹੇ ਨੂੰ ਉਹਨੇ ਫਤਿਹ ਕਰ ਲਿਆ ਸੀ। ਇੱਥੋਂ ਉਹਨੂੰ ਲੁੱਟਮਾਰ ਦੇ ਵਿੱਚ ਕਾਫੀ ਸਾਰਾ ਧਨ ਪ੍ਰਾਪਤ ਹੋਇਆ ਸੀ ਅਤੇ ਉਹਦੀ ਇਸ ਜਿੱਤ ਤੋਂ ਪ੍ਰਭਾਵਿਤ ਹੋ ਕੇ ਸੁਲਤਾਨ ਨੇ ਅਲਾਊਦੀਨ ਨੂੰ ਕੜਾ ਤੋਂ ਇਲਾਵਾ ਅਵਧ ਦਾ ਵੀ ਸੂਬੇਦਾਰ ਬਣਾਤਾ ਸੀ। ਉਸ ਤੋਂ ਬਾਅਦ ਉਹਨੇ ਦੇਵਗਿਰੀ ਦੇ ਉੱਪਰ ਹਮਲਾ ਕੀਤਾ ਸੀ। ਮਾਲਵਾ ਦੀ ਮੁਹਿੰਮ ਦੇ ਦੌਰਾਨ ਅਲਾਊਦੀਨ ਨੂੰ ਦੇਵਗਿਰੀ ਦੀ ਦੌਲਤ ਬਾਰੇ ਪਤਾ ਲੱਗ ਗਿਆ ਸੀ ਵੀ ਇੱਥੇ ਕਾਫੀ ਜ਼ਿਆਦਾ ਦੌਲਤ ਹੈ। ਉਸ ਸਮੇਂ ਤੋਂ ਹੀ ਉਹਨੇ ਮਨ ਦੇ ਵਿੱਚ ਦੇਵਗਿਰੀ 'ਤੇ ਹਮਲਾ ਕਰਨ ਦੀ ਲਾਲਸਾ ਸੀ ਉਹਦੇ ਮਨ ਦੇ ਵਿੱਚ। 1295 ਦੇ ਵਿੱਚ ਸਰਦੀ ਦੀ ਰੁੱਤ ਦੇ ਵਿੱਚ ਉਹਨੇ ਸੁਲਤਾਨ ਦੀ ਆਗਿਆ ਲਏ ਬਿਨਾਂ ਹੀ 8000 ਸੈਨਿਕਾਂ ਦੇ ਨਾਲ ਦੇਵਗਿਰੀ ਦੇ ਉੱਪਰ ਹਮਲਾ ਕਰਤਾ ਸੀ। ਦੇਵਗਿਰੀ ਦਾ ਜਿਹੜਾ ਹਾਕਮ ਸੀ ਰਾਮਚੰਦਰ ਦੇਵ, ਉਹਨੂੰ ਹਰਾ ਕੇ ਉਹਨੇ ਉੱਥੋਂ ਬਹੁਤ ਸਾਰਾ ਧਨ, ਸੋਨਾ, ਚਾਂਦੀ, ਮੋਤੀ, ਹੀਰੇ ਲੁੱਟ ਲਏ ਸੀਗੇ। ਅਤੇ ਉਸ ਤੋਂ ਬਾਅਦ ਕੀ ਹੋਇਆ ਸੀ, ਜਦੋਂ ਅਲਾਊਦੀਨ ਦੱਖਣ ਦੀ ਮੁਹਿੰਮ ਦੇ ਵਿੱਚ ਗਿਆ ਹੋਇਆ ਸੀ ਤਾਂ ਜਲਾਲੂਦੀਨ ਦੇ ਕੁਝ ਵਫਾਦਾਰ ਸਰਦਾਰਾਂ ਨੇ ਉਹਨੂੰ ਕੀ ਕੀਤਾ ਸੀ, ਇਹ ਵਿਸ਼ਵਾਸ ਦਿਵਾਉਣ ਦਾ ਯਤਨ ਕੀਤਾ ਸੀ ਕਿ ਅਲਾਊਦੀਨ ਹੈ ਜਿਹੜਾ ਉਹ ਉੱਚੇ ਮਨਸੂਬਿਆਂ ਵਾਲਾ ਨੌਜਵਾਨ ਹੈ ਜਿਹੜਾ ਦਿੱਲੀ ਦੇ ਤਖਤ ਦੇ ਉੱਪਰ ਬੈਠਣ ਦੇ ਸੁਪਨੇ ਲੈ ਰਿਹਾ। ਪਰ ਜਿਹੜਾ ਅਲਾਊਦੀਨ ਸੀ ਉਹ ਆਪਣੇ ਭਰਾ ਅਲਮਾਸ ਬੇਗ ਦੇ ਪ੍ਰਭਾਵ ਦੇ ਹੇਠ ਜਲਾਲੂਦੀਨ ਦਾ ਅਲਾਊਦੀਨ ਦੀ ਵਫਾਦਾਰੀ ਦੇ ਉੱਤੇ ਭਰੋਸਾ ਬਣਿਆ ਹੋਇਆ ਸੀ। ਜਦੋਂ ਅਲਾਊਦੀਨ ਦੇਵਗਿਰੀ ਤੋਂ ਜੇਤੂ ਹੋ ਕੇ ਕੜਾ ਨੂੰ ਵਾਪਸ ਆ ਰਿਹਾ ਸੀ ਤਾਂ ਜਿਹੜਾ ਉਹਦਾ ਭਰਾ ਸੀਗਾ ਅਲਮਾਸ ਬੇਗ, ਉਹਦੀ ਸਲਾਹ ਮੰਨਦੇ ਹੋਏ ਜਲਾਲੂਦੀਨ ਉਹਨੂੰ ਵਧਾਈ ਦੇਣ ਅਤੇ ਦੱਖਣ ਤੋਂ ਪ੍ਰਾਪਤ ਜਿਹੜਾ ਧਨ ਸੀ ਉਹਦੇ ਵਿੱਚੋਂ ਹਿੱਸਾ ਲੈਣ ਦੇ ਉਦੇਸ਼ ਨਾਲ ਕੜਾ ਨੂੰ ਚੱਲ ਪਿਆ ਸੀ। ਅਲਾਊਦੀਨ ਨੇ ਕੀ ਕੀਤਾ ਸੀ, ਜਲਾਲੂਦੀਨ ਦੀ ਹੱਤਿਆ ਕਰਨ ਦੀ ਸਾਜ਼ਿਸ਼ ਪਹਿਲਾਂ ਹੀ ਰਚ ਰੱਖੀ ਸੀ। ਜਲਾਲੂਦੀਨ ਦੇ ਨਾਲ ਮੁਲਾਕਾਤ ਤੋਂ ਬਾਅਦ ਸੁਲਤਾਨ ਦੇ ਉੱਤੇ ਅਲਾਊਦੀਨ ਦੇ 2 ਸੈਨਿਕਾਂ ਰਾਹੀਂ ਵਾਰ ਕੀਤਾ ਗਿਆ ਸੀ ਅਤੇ ਉਸ ਦਾ ਸਿਰ ਸੀ ਜਿਹੜਾ ਉਹ ਧੜ ਤੋਂ ਅਲੱਗ ਕਰ ਦਿੱਤਾ ਗਿਆ ਸੀ। ਜਲਾਲੂਦੀਨ ਦੇ ਕਤਲ ਤੋਂ ਪਿੱਛੋਂ 20 ਜੁਲਾਈ 1296 ਈਸਵੀ ਨੂੰ ਅਲਾਊਦੀਨ ਨੇ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰਤਾ ਸੀ। ਤਾਂ ਇਹ ਸੀ ਸਾਡਾ ਅੱਜ ਦਾ ਟੌਪਿਕ ਖਲਜੀ ਵੰਸ਼ ਦੀ ਸ਼ੁਰੂਆਤ ਦੇ ਵਿੱਚ ਜਲਾਲੂਦੀਨ ਖਲਜੀ। ਤਾਂ ਅਗਲੀ ਜੋ ਵੀਡੀਓ ਹੋਏਗੀ ਉਹ ਹੋਏਗੀ ਅਲਾਊਦੀਨ ਖਲਜੀ 1296 ਤੋਂ ਲੈ ਕੇ 1316 ਈਸਵੀ ਤੱਕ। ਉਮੀਦ ਹੈ ਕਿ ਤੁਹਾਨੂੰ ਵੀਡੀਓ ਸਮਝ ਆ ਗਈ ਹੋਏਗੀ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲਾਈਕ ਕਰੋ। ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ।